प्रोग्राम गुरमत विचार विच देश ਅਤੇ ਵਿਦੇਸ਼ਾਂ ਦੀ ਸਮੂਹ ਸਾਧ ਸੰਗਤ ਦਾ ਸਵਾਗਤ ਹੈ। ਸਾਧ ਸੰਗਤ ਜੀ, ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਵੱਖ-ਵੱਖ ਗੁਰਮਤ ਦੇ ਵਿਦਵਾਨਾਂ ਨੂੰ ਬੁਲਾ ਕੇ ਆਪ ਜੀ ਦੇ ਰੂਬਰੂ ਕਰਦੇ ਹਾਂ ਅਤੇ ਉਹਨਾਂ ਨਾਲ ਅਸੀਂ ਕਰਦੇ ਹਾਂ ਗੁਰਮਤ ਵਿਚਾਰਾਂ ਦੀ ਸਾਂਝ। ਸਾਡੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਹੋਏ ਹਨ ਇੱਕ ਬਹੁਤ ਹੀ ਪੜ੍ਹੇ ਲਿਖੇ ਗੁਰਮਤ ਦੇ ਗਿਆਤਾ ਵਿਦਵਾਨ ਪ੍ਰਚਾਰਕ ਸਰਦਾਰ ਜਗਜੀਤ ਸਿੰਘ ਜੀ ਨਲਵੀ, ਜੋ ਕਿ ਧਰਮ ਅਧਿਐਨ ਦੇ ਵਿੱਚ MA ਹਨ ਅਤੇ ਇਹਨਾਂ ਨੇ ਦੇਸ਼ ਅਤੇ ਵਿਦੇਸ਼ਾਂ ਵਿੱਚ ਬਹੁਤ ਦੂਰ ਦੂਰ ਤੱਕ ਜਾ ਕੇ ਗੁਰਮਤ ਪ੍ਰਚਾਰ ਕੀਤਾ ਹੈ ਅਤੇ ਕਰ ਰਹੇ ਹਨ, ਔਰ ਜਿਨ੍ਹਾਂ ਦੇ ਕੋਲ ਬਹੁਤ ਹੀ ਵੱਡਾ ਖਜ਼ਾਨਾ ਹੈ। ਅੱਜ ਇਹਨਾਂ ਤੋਂ ਅਸੀਂ ਜਾਣਾਂਗੇ ਧਰਮ ਦੀ ਇਸ ਸੰਸਾਰ ਨੂੰ ਕੀ ਜ਼ਰੂਰਤ ਹੈ, ਧਰਮ ਅਸਲ ਵਿੱਚ ਹੈ ਕੀ, ਔਰ ਜੇਕਰ ਅਸੀਂ ਧਰਮ ਨੂੰ ਅਪਣਾ ਲਈਏ ਤਾਂ ਸਾਨੂੰ ਮਿਲੇਗਾ ਕੀ। ਵੀਰ ਜਗਜੀਤ ਸਿੰਘ ਜੀ ਨਲਵੀ ਵਾਲੇ, ਆਪ ਜੀ ਦਾ ਪ੍ਰੋਗਰਾਮ ਗੁਰਮਤ ਵਿਚਾਰ ਵਿੱਚ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰਮੀ ਵਿੱਚ ਕਿਸੇ ਦੇ ਪੈਰੀਂ ਜੁੱਤੀ ਨਾ ਹੋਵੇ, ਉਹਨੂੰ ਪੁੱਛੋ ਜੁੱਤੀ ਦਾ ਮਹੱਤਵ ਕੀ ਹੈ, ਫਟਾਫਟ ਦੱਸੇਗਾ। ਕਿਸੇ ਬੰਦੇ ਦੇ ਕੋਲ ਕੱਪੜੇ ਨਾ ਹੋਣ, ਉਹਦੇ ਮਹੱਤਵ ਦਾ ਵੀ ਉਹਨੂੰ ਪਤਾ ਚੱਲ ਜਾਂਦਾ ਹੈ ਕੀ ਹੈ, ਪਰ ਧਰਮ ਦਾ ਮਹੱਤਵ ਕੀ ਹੈ ਇਸ ਦਾ ਪਤਾ ਤਾਂ ਕਿਸੇ ਵਿਰਲੇ ਵਾਂਝੇ ਗੁਰਮੁਖ ਨੂੰ ਹੀ ਚੱਲਦਾ ਹੈ। ਧਰਮ ਅਸਲ ਵਿੱਚ ਹੈ ਕੀ, ਇਸ ਦਾ ਮਹੱਤਵ ਕੀ ਹੈ, ਸੰਸਾਰ ਦੇ ਲੋਕਾਂ ਨੂੰ ਮਤਲਬ ਇਸ ਦੀ ਜ਼ਰੂਰਤ ਕਿਉਂ ਹੈ, ਇਹ ਜ਼ਰੂਰਤ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰੋ ਜੀ। ਜਦੋਂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਬਾਣੀ ਦਾ ਵੀਰ ਜੀ ਅਸੀਂ ਅਧਿਐਨ ਕਰਦੇ ਹਾਂ ਜੀ, ਤਾਂ ਸੰਸਾਰ ਦੀ ਮਹੱਤਵਾਕਾਂਖਿਆ ਨੂੰ ਜਾਂ ਹਿਊਮਨ ਵੈਲਿਊ ਨੂੰ ਜੀ ਜਾਂ ਹਿਊਮਨ ਨੇਚਰ ਨੂੰ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਉਸ ਸਤਹਿ ਤੱਕ ਜਾ ਕੇ ਸਮਝ ਕੇ ਸੰਸਾਰ ਪੱਧਰ ਦੇ ਸਨਮੁਖ ਉਜਾਗਰ ਕਰਦੇ ਨੇ। ਫਾਰ ਐਗਜ਼ਾਮਪਲ, ਤੁਸੀਂ ਸਵਾਲ ਕੀਤਾ ਵੀ ਧਰਮ ਦੀ ਲੋੜ ਕੀ ਹੈ ਜੀ। ਵਰਲਡ ਦੇ ਕਿਸੇ ਵੀ ਕੰਟਰੀ 'ਚ ਤੁਸੀਂ ਚਲੇ ਜਾਓ ਜੀ, ਉਹਨਾਂ ਨੇ ਇੱਕ ਕਨਸਟੀਟਿਊਸ਼ਨ ਸੰਵਿਧਾਨ ਬਣਾਇਆ ਹੈ। ਇੱਕ ਇੰਗਲੈਂਡ ਮੇਰੇ ਖਿਆਲ ਸੰਸਾਰ ਪੱਧਰ ਦੇ ਉੱਤੇ ਐਸਾ ਕੰਟਰੀ ਹੈ ਜਿਨ੍ਹਾਂ ਦਾ ਕੋਈ ਲਿਖਤੀ ਸੰਵਿਧਾਨ ਨਹੀਂ ਹੈਗਾ। ਅਦਰਵਾਈਜ਼ ਬਾਕੀ ਸਾਰੇ ਵਰਲਡ ਦੇ ਵਿੱਚ ਇੱਕ ਕਨਸਟੀਟਿਊਸ਼ਨ ਹੈ ਜੋ ਉਸ ਮੁਲਕ ਨੂੰ, ਉਸ ਕੰਟਰੀ ਨੂੰ ਚਲਾ ਰਿਹਾ ਹੈ ਜੀ। ਇਹਦੇ ਤੋਂ ਅਗਲੀ ਵੀ ਬੇਨਤੀ ਸਮਝ ਲਈਏ, ਉਸ ਕਨਸਟੀਟਿਊਸ਼ਨ ਦੇ ਰਾਹੀਂ ਉਹਨਾਂ ਦੀ ਦੇਸ਼ ਦੀ ਨੀਤੀ, ਵਿਦੇਸ਼ ਦੀ ਨੀਤੀ, ਵੀ ਫਲਾਣੇ ਮੁਲਕ ਨਾਲ ਸਾਡਾ ਇਸ ਵੇਲੇ ਇਸੇ ਤਰ੍ਹਾਂ ਦਾ ਸੰਬੰਧ ਹੋਵੇਗਾ, ਇਸ ਤਰ੍ਹਾਂ ਦਾ ਸੰਬੰਧ ਹੋਵੇਗਾ, ਜੇ ਉਹਨਾਂ ਦਾ ਵਿਵਹਾਰ ਇਸ ਤਰ੍ਹਾਂ ਦਾ ਰਿਹਾ ਸਾਡਾ ਵਿਵਹਾਰ ਇਸ ਤਰ੍ਹਾਂ ਦਾ ਹੋਵੇਗਾ। ਇਹਦੇ 'ਚ ਦੋ ਗੱਲਾਂ ਹੋਰ ਬੜੀਆਂ ਮੋਸਟ ਇੰਪੋਰਟੈਂਟ ਨੇ। ਸੰਵਿਧਾਨ ਦੇ ਪ੍ਰਥਾਏ, ਵੀ ਕਿਸੇ ਕੰਟਰੀ ਦਾ ਸੰਵਿਧਾਨ ਕਠੋਰ ਹੈ, ਕਿਸੇ ਦਾ ਲਚੀਲਾ ਹੈ, ਕਿਸੇ ਦੇ ਵਿੱਚ ਇਹ ਦੋਵੇਂ ਹੀ ਗੱਲਾਂ ਨੇ। ਮੈਂ ਉਧਰ ਨਹੀਂ ਜਾਣਾ, ਪਰ ਜਿਹੜਾ ਸਾਡਾ ਮੋਸਟ ਇੰਪੋਰਟੈਂਟ ਸਵਾਲ ਹੈ, ਹੁਣ ਸੰਵਿਧਾਨ ਦੀ ਕਿਸੇ ਵੀ ਧਾਰਾ ਅੰਦਰ ਜੋ ਕੁਝ ਮੈਂਸ਼ਨ ਕੀਤਾ ਗਿਆ ਜੀ, ਅਗਰ ਕੋਈ ਬੰਦਾ ਉਹਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕਰਦਾ, ਤੋੜਨ ਦੀ ਕੋਸ਼ਿਸ਼ ਕਰਦਾ, ਫਾਰ ਐਗਜ਼ਾਮਪਲ ਵੀ ਆਪਾਂ ਰੋਡ ਤੇ ਜਾ ਰਹੇ ਹਾਂ, ਹੁਣ ਹਰੇਕ ਮਨੁੱਖ ਨੂੰ ਪਤਾ ਵੀ ਜੇ ਲਾਲ ਬੱਤੀ ਨੂੰ ਕ੍ਰਾਸ ਕਰਾਂਗੇ ਤੇ ਉਹ ਸੰਵਿਧਾਨ ਹੈ ਜਿਹੜਾ ਉਹ ਸਾਨੂੰ ਇਹਦੀ ਇਜਾਜ਼ਤ ਨਹੀਂ ਦਿੰਦਾ। ਇੱਥੇ ਬੜਾ ਗਹਿਰਾ ਨੁਕਤਾ ਵੇਖਣ ਵਾਲਾ ਹੈ ਜੀ। ਅਸੀਂ ਗੁਨਾਹ ਕੀਤਾ, ਗਲਤੀ ਕੀਤੀ, ਕੋਰਟ ਵਿੱਚ ਪੇਸ਼ ਹੋਏ, ਜੇ ਤਾਂ ਸਬੂਤ ਸਾਹਮਣੇ ਆ ਗਿਆ ਜੀ ਤੇ ਬੰਦਾ ਸਜ਼ਾ ਦਾ ਭਾਗੀ ਬਣੇਗਾ। ਪਰ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਅੰਦਰ ਦੀ ਚੇਤਨਤਾ ਨੂੰ ਧਰਮ ਦੇ ਰਾਹੀਂ ਜਾਗਰੂਕ ਕਰਦਿਆਂ ਹੋਇਆ ਜੀ, ਜਦੋਂ ਐਸੇ ਖਿਆਲ ਦਿੰਦੇ ਨੇ, ਪਰ ਕਾ ਬੁਰਾ ਨਾ ਰਾਖੋ ਚੀਤ ਜੀ, ਵੀ ਤੇਰੇ ਚਿੰਤਨ ਵਿੱਚ ਵੀ ਉਹ ਬੱਤੀ ਨੂੰ ਕ੍ਰਾਸ ਕਰਨਾ ਤੇ ਦੂਰ ਦੀ ਗੱਲ, ਕਿਸੇ ਦੀ ਕੰਧ ਟੱਪਣਾ ਤੇ ਦੂਰ ਦੀ ਗੱਲ, ਕਿਸੇ ਦੀ ਪਾਕਟ ਨੂੰ ਹੱਥ ਪਾਣਾ ਤੇ ਦੂਰ ਦੀ ਗੱਲ। ਸਵਾਲ ਇਹ ਹੈ ਨਾ ਵੀ ਧਰਮ ਦੀ ਲੋੜ ਕੀ ਹੈ ਜੀ। ਜੇ ਸੰਸਾਰ ਵਿੱਚੋਂ ਧਰਮ ਨੂੰ ਮਨਫੀ ਕਰਦੇ ਹੋ, ਗੁਸਤਾਖੀ ਮਾਫ, ਇਨਸਾਨੀਅਤ ਖਤਮ ਹੋ ਜਾਏਗੀ ਜੀ। ਇਨਸਾਨ ਤੇ ਰਹਿਣਗੇ, ਇਨਸਾਨੀਅਤ ਵਿੱਚੋਂ ਅਲੋਪ ਹੋ ਜਾਏਗੀ ਜੀ। ਇਨਸਾਨੀਅਤ ਨੂੰ ਜਿੰਦਾ ਰੱਖਣ ਵਾਸਤੇ ਸੰਸਾਰ ਪੱਧਰ ਦੇ ਉੱਤੇ ਤੇ ਜਿੱਥੇ ਜਿੱਥੇ ਇਨਸਾਨੀਅਤ ਅਲੋਪ ਹੋਈ ਏ, ਉਹਨਾਂ ਦਾ ਉਚੇਚਾ ਨਾ ਲੈ ਕੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਚਨ ਕਿਰਪਾ ਕੀਤੇ ਨੇ, ਕਾਦੀ ਕੂੜ ਬੋਲ ਮਲ ਖਾਏ ਜੀ, ਬ੍ਰਾਹਮਣ ਨਾਵੇਂ ਜੀਆਂ ਕਾਏ, जोगी जुगत ना जाने अंध
तीने उजाड़े का बंद। जी मेरे ख्याल ਦੇ ਵਿੱਚ ਤੇ ਜਿਹੜੇ ਕੰਟਰੀ ਰੱਬ ਦੀ ਹੋਣ ਤੋਂ ਮੁਨਕਰ ਹੋਏ, ਖਾਸ ਤੌਰ ਤੇ ਰਸ਼ੀਆ ਦੇ ਕੰਟਰੀ, ਜਿਸ ਵਕਤ ਹਾਲਾਤ ਵੱਧ ਨਾਲੋਂ ਬੱਤਰ ਹੋਏ ਜੀ, ਤੇ ਮੈਂ ਉਹਨਾਂ ਦੇ 에ਅਰਪੋਰਟ ਉੱਤੇ ਵੀ ਲਿਖਿਆ ਹੋਇਆ ਪੜ੍ਹਿਆ ਵੀ ਸਾਡੇ ਮੁਲਕ ਦੀ ਹਾਲਤ ਪਤਲੀ ਹੋ ਗਈ ਹੈ। ਜਿਹੜੇ ਰੱਬ ਨੂੰ ਨਹੀਂ ਮੰਨਦੇ, ਹੁਣ ਰੱਬ ਦਾ ਵਾਸਤਾ ਪਾ ਕੇ ਕਹਿ ਰਹੇ ਨੇ ਰੱਬ ਦੇ ਨਾਂ ਥੱਲੇ ਸਾਨੂੰ ਕੁਝ ਨਾ ਕੁਝ ਜ਼ਰੂਰ ਦੇ ਕੇ ਜਾਓ, ਭਲਾ ਜੇ ਸਾਡੇ ਮੁਲਕ ਦਾ ਜਾਂ ਸਾਡੇ ਲੋਕਾਂ ਦਾ ਗੁਜ਼ਾਰਾ ਹੋ ਸਕੇ। ਜੀ ਸੋ ਜੇ ਧਰਮ ਦੇ ਬੁਨਿਆਦੀ ਅਸੂਲ, ਮਨੁੱਖੀ ਕਦਰੋ ਕੀਮਤਾਂ ਅੰਦਰ ਘਰ ਘਰ ਜਾਣਗੇ, ਜੋ ਬੇਗਮਪੁਰੇ ਦਾ ਸੰਕਲਪ ਗੁਰੂ ਗ੍ਰੰਥ ਸਾਹਿਬ ਨੇ ਸੰਸਾਰ ਪੱਧਰ ਤੇ ਉਜਾਗਰ ਕੀਤਾ ਹੈ, ਉਹਦਾ ਸਵਰੂਪ ਨਿਖਰ ਕੇ ਸਾਹਮਣੇ ਆਵੇਗਾ। ਭਾਈ ਕਨਈਆ ਜੀ ਦੇ ਵਾਂਗੂ ਤੁਸੀਂ ਮਹਿਸੂਸ ਕਰੋਗੇ ਗੁਰੂ ਗ੍ਰੰਥ ਸਾਹਿਬ ਐਸਾ ਇਨਸਾਨ ਲੋਚਦਾ ਹੈ ਜਿਹਦੇ ਪੈਰ ਧਰਤੀ ਤੇ ਹੋਣ ਤੇ ਜਿਹਦਾ ਦਿਮਾਗ ਆਸਮਾਨ ਦੀਆਂ ਬੁਲੰਦੀਆਂ ਵਿੱਚ ਘੁੰਮਦਾ ਹੋਵੇ। ਜੀ ਜਿਹੜਾ ਮਨੁੱਖ ਇਹ ਜ਼ੁਰਤ ਰੱਖਦਾ ਹੋਵੇ, ਇਹ ਤਾਕਤ ਰੱਖਦਾ ਹੋਵੇ ਕਿ ਮੈਦਾਨੇ ਜੰਗ ਅੰਦਰ ਜਾ ਕੇ ਆਪਣੀਆਂ ਹੱਥਾਂ ਦੇ ਨਾਲ ਜਿਹੜੇ ਹਮਲਾਵਰ ਬਣ ਕੇ ਆਏ ਨੇ ਉਹਨਾਂ ਨੂੰ ਘਾਇਲ ਕਰਨ ਤੋਂ ਬਾਅਦ ਆਪਣੇ ਹੱਥਾਂ ਨਾਲ ਕੇਵਲ ਪਾਣੀ ਨਾ ਪਿਆਏ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਹੁਕਮ ਕਰਨ ਕਿ ਤੁਸੀਂ ਕੇਵਲ ਪਾਣੀ ਨਹੀਂ ਪਿਆਉਣਾ, ਉਹਨਾਂ ਨੂੰ ਮਲਮ ਤੇ ਪੱਟੀ ਵੀ ਕਰਨੀ ਹੈ, ਜਿਹਨੂੰ ਆਪਾਂ ਫਸਟ ਏਡ ਦਾ ਨਾਮ ਦਿੰਦੇ ਆ। ਅਸੀਂ ਇਹ ਕਹਿ ਸਕਦੇ ਹਾਂ ਕਿ ਸਹੀ ਅਰਥਾਂ 'ਚ ਧਰਮ ਇਹ ਹੈ ਜਿਹੜਾ ਤੁਸੀਂ ਦੱਸਿਆ ਕਿ ਜੇ ਕੋਈ ਜ਼ਖਮੀ ਹੋ ਜਾਂਦਾ ਹੈ, ਲੜਨ ਆਇਆ, ਗੁਰੂ ਨੂੰ ਮਾਰਨਾ ਹੈ, ਜ਼ਖਮੀ ਹੋ ਜਾਂਦਾ ਹੈ, ਉਸ ਬੰਦੇ ਨੂੰ ਸਿਰਫ ਪਾਣੀ ਹੀ ਨਹੀਂ ਪਿਆਉਣਾ, ਮਲਮ ਪੱਟੀ ਵੀ ਕਰਨਾ, ਇਹ ਧਰਮ ਦਾ ਗੁਣ ਹੈ ਜਿਹੜਾ ਤੁਸੀਂ ਦੱਸਿਆ, ਵਾਕਿਆ ਹੀ ਬਾਕਮਾਲ ਹੈ। ਔਰ ਇਸ ਦੇ ਨਾਲ ਅਗਲੀ ਚੀਜ਼ ਆਉਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਵੈਸੇ ਤੁਸੀਂ ਇਹ ਗੱਲ ਕਲੀਅਰ ਕਰਤੀ ਹੈ ਕਿ ਗੁਰੂ ਗ੍ਰੰਥ ਸਾਹਿਬ 'ਚ ਧਰਮ ਕੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਧਰਮ ਮਾਨਵਤਾ ਦੀ ਸੇਵਾ ਕਰਨਾ ਹੈ, ਉਸ ਪਰਮਾਤਮਾ ਦਾ ਨਾਮ ਜਪਣਾ ਹੈ। ਇਸ ਨੂੰ ਗੁਰੂ ਸਾਹਿਬਾਂ ਨੇ ਕਿਸ ਤਰ੍ਹਾਂ ਪ੍ਰਭਾਸ਼ਿਤ ਕੀਤਾ ਹੈ? ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ, नो डाउट कि सिगमंड फ्राइड, विलियम शेक्सपीयर, विलियम वर्ड्सवर्थ, ਈਵਨ ਕਾਰਲ ਮਾਰਕਸ ਵਰਗੇ ਬੰਦਿਆਂ ਨੇ ਕਿਤੇ ਕਿਤੇ ਧਰਮ ਨੂੰ ਫੀਮ ਦੀ ਗੋਲੀ ਕਿਹਾ ਜੀ। ਪਰ ਕਿਤੇ ਮੈਂ ਐਸਾ ਵੀ ਮਹਿਸੂਸ ਕਰਦਾ ਹਾਂ ਵੀ ਜਿਸ ਤਰ੍ਹਾਂ ਦਾ ਧਰਮ ਸੰਸਾਰ ਨੇ ਉਹਨਾਂ ਦੇ ਸਾਹਮਣੇ ਪੇਸ਼ ਕੀਤਾ, ਬਹੁਤਾਤ ਸਿਆਣੇ ਬੰਦੇ ਜੇ ਉਹ ਸਮਝਦੇ ਨੇ ਵੀ ਇਹ ਧਰਮ ਹੈ ਤੇ ਫਿਰ ਅਨਧਰਮੀ ਦਾ ਜੀਵਨ ਕਿਹੋ ਜਿਹਾ ਹੋਵੇਗਾ। ਜੀ ਫਿਰ ਆਪਾਂ ਸਵਾਲ ਤੇ ਵਾਪਸ ਆਈਏ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਅੰਦਰ ਧਰਮ ਨੂੰ ਕਿਸ ਰੂਪ ਅੰਦਰ ਪ੍ਰਭਾਸ਼ਿਤ ਕੀਤਾ ਗਿਆ ਹੈ। ਇੱਥੇ ਜਪਜੀ ਸਾਹਿਬ ਦੀ ਇੱਕ ਪੌੜੀ, ਕਿਉਂਕਿ ਇਹਨੂੰ ਬੇਸ ਤਾਂ ਮੈਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਬਹੁਤਾਤ ਸਾਡੀ ਨਿਤਨੇਮ ਦੀ ਬਾਣੀ ਦਾ ਹਿੱਸਾ ਸੰਗਤ ਨੂੰ ਚੇਤੇ ਹੋਇਆ ਕਰਦੀ ਹੈ ਜੀ। ਇਹ ਸਵਾਲ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਸਨਮੁਖ ਵੀ ਆਇਆ ਵੀ ਜਿਹੜਾ ਥਾਟ, ਜਿਹੜਾ ਖਿਆਲ, ਜਿਹੜੀ ਵਿਚਾਰਧਾਰਾ ਤੁਸੀਂ ਸੰਸਾਰ ਪੱਧਰ ਦੇ ਲੋਕਾਂ ਵਾਸਤੇ ਲੈ ਕੇ ਆਏ ਹੋ ਦਾਤਾ ਜੀ, ਪਹਿਲਾ ਸਵਾਲ ਇਹ ਆ ਵੀ ਸਾਨੂੰ ਦੱਸੋ ਵੀ ਉਹਨੂੰ ਕਿੰਨੇ ਕਿੰਨੇ ਅਪਣਾਇਆ ਜੀ। ਉਹ ਵਿਚਾਰਧਾਰਾ ਕਿਸ ਰੂਪ ਅੰਦਰ ਸੰਸਾਰ ਦੇ ਵਿੱਚ ਪ੍ਰਗਟ ਹੋਈ ਹੈ। ਤੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਪਹਿਲੀ ਪੌੜੀ ਤੋਂ ਗੱਲ ਪ੍ਰਾਰੰਭ ਕਰਦੇ ਨੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਫਿਰ ਗੱਲ ਅੱਗੇ ਟੁਰੀ, ਜਿਹੜੀ ਪੌੜੀ ਅੱਜ ਆਪਾਂ ਇੱਥੇ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਤੇ ਮਾਲਕ ਜੀ ਆਖਦੇ ਨੇ ਰਾਤੀ ਰੁੱਤੀ ਥਿੱਤੀ ਵਾਰ। ਇਸ ਸੰਦਰਭ ਅੰਦਰ ਜਿੰਨੇ ਟੀਕਾਕਾਰਾਂ ਨੇ ਅਰਥ ਕੀਤੇ ਨੇ ਉਹ ਮੁਬਾਰਕ ਨੇ, ਪਰ ਗੁਰਮਤ ਮਨੋਵਿਗਿਆਨ ਡਾਕਟਰ ਜਸਵੰਤ ਸਿੰਘ ਨੇਕੀ ਹੋਰਾਂ ਦੀ ਪੁਸਤਕ ਹੈ ਤੇ ਉਹ ਲਿਖਦੇ ਨੇ ਕਿ ਇਹ ਚਾਰੇ ਦੀਆਂ ਚਾਰਾਂ ਚੀਜ਼ਾਂ ਟਾਈਮ ਨਾਲ ਰਿਲੇਟਡ ਨੇ, ਟਾਈਮ ਨਾਲ ਸੰਬੰਧ ਰੱਖਦੀਆਂ ਨੇ। ਅੱਜ ਮੇਨ ਫਾਲਟ ਕਿੱਥੇ ਪੈ ਗਿਆ, ਇਸ ਗੱਲ ਨੂੰ ਥੋੜਾ ਜਿਹਾ ਸਮਝ ਲਈਏ, ਫਿਰ ਆਪਾਂ ਗੱਲ ਅੱਗੇ ਟੋਰਦੇ ਹਾਂ। ਥੋੜੀ ਜਿਹੀ ਤਵੱਜੋ ਦੇ ਆ ਜੇ, ਬਰੀਕ ਨੁਕਤਾ ਹੈ। ਅੱਜ ਬੰਦਾ ਧਾਰਮਿਕ ਅਸਥਾਨ ਤੇ ਵੀ ਜਾ ਰਿਹਾ ਹੈ, ਮੰਦਿਰ 'ਚ ਵੀ ਪੈਰ ਰੱਖ ਰਿਹਾ ਹੈ ਜੀ, ਗੁਰਦੁਆਰੇ ਵੀ ਮੱਥਾ ਟੇਕਣ ਜਾ ਰਿਹਾ ਹੈ, ਮਸਜਿਦ ਅੰਦਰ ਸਿਜਦਾ ਵੀ ਕਰ ਰਿਹਾ ਹੈ, 5 ਵਕਤ ਦੀ ਨਮਾਜ਼ ਵੀ ਪੜ੍ਹ ਰਿਹਾ ਹੈ ਜੀ। ਧਾਰਮਿਕ ਅਕੀਦੇ ਤੋਂ ਇਹ ਗੱਲ ਮੁਬਾਰਕ ਹੈ, ਕਰਨੀ ਚਾਹੀਦੀ ਹੈ, ਸਾਡਾ ਉਜਰ ਇਸ ਗੱਲ ਤੇ ਨਹੀਂ ਹੈਗਾ। ਪਰ ਨੁਕਤਾ ਕੀ ਹੈ, ਕੋਈ ਸੱਜਣ ਧਾਰਮਿਕ ਅਸਥਾਨ ਤੋਂ ਵਾਪਸ ਪਰਤ ਕੇ ਜੀ ਦੁੱਧ ਵਿੱਚ ਪਾਣੀ ਵੀ ਮਿਲਾਏ, ਦੁਕਾਨ ਤੇ ਬਹਿ ਕੇ ਘੱਟ ਵੱਧ ਵੀ ਤੋਲੇ, ਜ਼ਬਾਨ ਤੋਂ ਅੱਖਰ ਪੜੇ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਐ। ਫਿਰ ਜਦੋਂ ਝੂਠ ਉਹਦਾ ਫੜਿਆ ਜਾਏ, ਮੈਂ ਇੱਕ ਸੱਜਣ ਨੂੰ ਪੁੱਛਿਆ ਵੀ ਫਲਾਣੀ ਥਾਂ ਤੇ ਆਹ ਗੱਲ ਤੁਸੀਂ ਕੀਤੀ, ਉਹਦਾ ਨਤੀਜਾ ਕੀ ਨਿਕਲਿਆ?
ਉਹ ਨਤੀਜਾ ਕੀ ਨਿਕਲਣਾ ਸੀ, ਆਪਾਂ ਫਿਰ ਉੱਥੇ ਝੂਠ ਮਾਰਿਆ। ਹੂੰ ਹੂੰ ਉਹ ਮੈਂ ਕਿਹਾ ਗੁਰਮੁਖਾ ਗੱਲ ਇਹ ਨਹੀਂ ਵੀ ਤੂੰ ਝੂਠ ਨੂੰ ਨਹੀਂ ਮਾਰਿਆ, ਸੱਚਾਈ ਇਹ ਹੈ ਝੂਠ ਤੈਨੂੰ ਮਾਰਦਾ ਪਿਆ। ਜੀ ਜਿਸ ਦਿਨ ਬੰਦੇ ਨੇ ਝੂਠ ਨੂੰ ਮਾਰ ਲਿਆ ਉਸ ਦਿਨ ਤੇ ਬੰਦਾ ਬ੍ਰਹਮ ਗਿਆਨ ਦੀ ਅਵਸਥਾ ਨੂੰ ਪਹੁੰਚ ਜਾਏਗਾ। ਜੀ ਸੱਚਾਈ ਇਹ ਹੈ ਜਦੋਂ ਵੀ ਆਪਾਂ ਅਰਦਾਸ ਕਰਦੇ ਹਾਂ ਬਤੌਰ ਸਿੱਖ, ਇਹਦੇ 'ਚ ਇੱਕ ਹੋਰ ਵੀ ਚੀਜ਼ ਨਹੀਂ ਵੀਰ ਜੀ ਆਉਂਦੀ ਕਿ ਗੱਲਾਂ ਹੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਬਿਲਕੁਲ ਸੱਚਾਈ ਹੈ ਕਿ ਗੱਲਾਂ ਦੇ ਨਾਲ ਅਸੀਂ ਆਪਣਾ ਪੋਜ਼ਿਟਿਵ ਐਂਗਲ ਕੰਸਟਰਕਟਿਵ ਪੱਖ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਵਿਵਹਾਰ ਦੇ ਪੱਧਰ ਉੱਤੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸੱਚੋ ਉਰੈ ਸਭ ਕੋ ਉੱਪਰ ਸੱਚ ਆਚਾਰ। ਫਿਰ ਨੁਕਤੇ ਵੱਲ ਧਿਆਨ ਦਿਆ ਜੇ, ਸਿੱਖ ਅਰਦਾਸ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਗਿਆ ਜੀ। ਅਰਦਾਸੀਏ ਸਿੰਘ ਨੇ ਅਰਦਾਸ ਕੀਤੀ ਹੈ, ਸਮਾਪਤੀ ਹੋਈ ਹੈ, ਅੱਖਰ ਬੋਲੇ ਗਏ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਬੰਦਾ ਗੁਰਦੁਆਰੇ ਚੋਂ ਬਾਹਰ ਨਿਕਲਿਆ ਹੈ, ਧਾਰਮਿਕ ਅਸਥਾਨ ਤੋਂ ਬਾਹਰ ਨਿਕਲਿਆ ਹੈ ਤੇ ਕੋਰਟ ਵਿੱਚ ਗਿਆ ਹੈ ਜਿੱਥੇ ਆਪਣੇ ਸਕੇ ਭਰਾ ਦੇ ਨਾਲ ਕੁਝ ਦਮੜਿਆਂ ਵਾਸਤੇ ਉਹਦਾ ਝਗੜਾ ਪਿਆ ਚੱਲਦਾ ਹੈ। ਹੁਣ ਉੱਥੇ ਤੇ ਸਰਬੱਤ ਦੇ ਭਲੇ ਦੇ ਅੱਖਰ ਵਰਤੇ ਜਾ ਰਹੇ ਨੇ ਤੇ ਇੱਥੇ ਘਰ ਅੰਦਰ ਹੀ ਮਨੁੱਖ ਝਗੜਾ ਪਾ ਕੇ ਬੈਠਾ ਹੈ ਚਾਰ ਦਮੜਿਆਂ ਦੀ ਖਾਤਰ। ਦੂਜਾ ਪੱਖ ਤਵੱਜੋ ਦੇ ਕੇ ਸਰਵਣ ਕਰਿਆ ਜੇ ਕਿ ਜਿਨ੍ਹਾਂ ਘਰਾਂ ਦੇ ਵਿੱਚ 21st ਸੈਂਚਰੀ ਦੇ ਵਿੱਚ ਵੀ ਦਾਜ ਦਹੇਜ ਦੇ ਲੋਭ ਲਾਲਚ ਨੂੰ ਲੈ ਕੇ ਕੋਰਟ ਕਚਹਿਰੀਆਂ ਦੇ ਵਿੱਚ ਝਗੜੇ ਚੱਲਦੇ ਪਏ ਨੇ, ਉਹਨਾਂ ਦੀ ਰਚਨਾ ਤੋਂ ਨਿਕਲੇ ਹੋਏ ਅੱਖਰ ਸਰਬੱਤ ਦੇ ਭਲੇ ਦੇ, ਉਹਨਾਂ ਦਾ ਕੀ ਮਾਇਨਾ ਰਹਿ ਜਾਂਦਾ ਹੈ, ਉਹਨਾਂ ਦਾ ਕੀ ਮਤਲਬ ਰਹਿ ਜਾਂਦਾ ਹੈ। ਮੈਂ ਪੌੜੀ ਦੀ ਬੇਨਤੀ ਕਰਦਾ ਪਿਆ ਸਾਂ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ। ਪਹਿਲੀਆਂ ਪੰਕਤੀਆਂ ਸਮੇਂ ਨਾਲ ਰਿਲੇਟਡ ਨੇ ਤੇ ਦੂਜੀਆਂ ਦਾ ਸੰਬੰਧ ਪਲੇਸ ਦੇ ਨਾਲ ਹੈ, ਅਸਥਾਨ ਦੇ ਨਾਲ ਹੈ, ਕਿਉਂਕਿ ਧਰਮ ਨੂੰ ਕਮਾਉਣ ਵਾਸਤੇ ਇਹ ਦੋਵੇਂ ਹੀ ਚੀਜ਼ਾਂ ਦੀ ਲੋੜ ਹੈ। ਇੱਕ ਤੇ ਬੰਦੇ ਕੋਲ ਟਾਈਮ ਹੋਵੇ ਜੀ, ਤੇ ਆਪਾਂ ਹੁਣ ਕਿਸੇ ਨੂੰ ਵੀ ਆਖੀਏ ਵੀ ਹੁਣ ਸਿਆਣੀ ਉਮਰ ਹੋ ਗਈ ਹੁਣ ਤੇ ਅੰਮ੍ਰਿਤ ਛਕ ਲਓ ਜੀ, ਤੇ ਉਹ ਅੱਗੋਂ ਅਜੇ ਗਿਆਨੀ ਜੀ ਵੇਲਾ ਨਹੀਂ ਆਇਆ। ਹਾਂ, ਟਾਈਮ ਦੀ ਬਸ ਇਹ ਗੱਲ ਕਿ ਉਸ ਨੂੰ ਡਿਲੇ ਕੀਤੀ ਜਾਣਾ, ਅੰਦਰ ਦੀ ਪਰਪੱਕਤਾ ਨਹੀਂ ਹੈ। ਸ਼ਾਇਦ ਇਹਦਾ ਕਾਰਨ ਕੀ ਕਵਾਂਗੇ, ਪਰਪੱਕਤਾ ਨਹੀਂ ਜਾਂ ਹੋਰ ਕੁਝ ਹੋ ਸਕਦਾ। ਸੱਚਾਈ ਇਹ ਹੈ ਕਿ ਮਨੁੱਖ ਅਜੇ ਹਕੀਕਤ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ ਜੀ, ਆਪਣੇ ਆਪ ਤੋਂ ਭੱਜਣ ਦੀ, ਬਚਣ ਦੀ ਕੋਸ਼ਿਸ਼। ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਆਸਥਾ ਰੱਖਣ ਵਾਲਾ ਇਹ ਬਚਨ ਪੜ੍ਹਦਾ ਹੈ, ਹਮ ਆਦਮੀ ਹਾਂ ਇੱਕਦਮੀ, ਉਹ ਕਦੀ ਕਹੇਗਾ ਵੀ ਮੈਂ ਕੱਲ ਨੂੰ ਕੰਮ ਕਰ ਲਾਂਗਾ। ਜਿਹੜਾ ਬਚਨ ਪੜ੍ਹਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਜਿਹੜਾ ਬਚਨ ਪੜ੍ਹਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਰੱਤੀ ਵਿਲਮ ਨਾ ਦੇਵਣੀ ਵਣਜ਼ਾਰਿਆ ਮਿੱਤਰਾ ਉਹਨੀ ਤਗੜੇ ਪਾਏ ਹਾਥ। ਜਿਹੜਾ ਸੱਜਣ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇਹ ਬਚਨ ਪੜ੍ਹਦਾ ਹਰ ਜਪਦਿਆਂ ਖਿੰਨ ਢਿੱਲ ਨਾ ਕੀਚੂਈ ਮੇਰੀ ਜਿੰਦੜੀ ਏ, ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਵੀ ਅਗਲੇ ਸਾਹ ਦਾ ਹੀ ਨਹੀਂ ਭਰੋਸਾ ਹੈਗਾ ਵੀ ਉਹਨੇ ਆਉਣਾ ਹੈ ਕਿ ਨਹੀਂ ਆਉਣਾ। how it is possible, how he can delay, I think it's never possible, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਬਚਨ ਦ੍ਰਿੜ ਕਰਵਾ ਰਹੇ ਨੇ, ਕਾਲ ਕਰੰਤਾ ਅਬੈ ਕਰ। ਜਿਹੜਾ ਕੱਲ ਨੂੰ ਕਰਨਾ ਹੁਣੇ ਕਰ ਜੀ, ਅਬ ਕਰਤਾ ਸੋਏ ਤਾਲ ਜੀ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਇੱਕ ਪੰਕਤੀ ਹੋਰ ਸਰਵਣ ਕਰ ਲਿਆ ਜੇ। ਮਾਲਕ ਜੀ ਆਖਦੇ ਨੇ ਜਿਹੜੇ ਸੱਜਣ ਵਿਆਜ ਦਾ ਕੰਮ ਕਰਦੇ ਨੇ, ਕਹਿਣ ਲੱਗੇ ਟਾਲੇ ਟੋਲੇ ਦਿਨ ਗਇਓ ਜੀ, ਵਿਆਜ ਬੜਨ ਤੋਂ ਜਾਏ, ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚਿਓ ਆਏ। ਬੰਦਾ ਟਾਲ ਮਟੋਲ ਕਰਦੇ ਆ ਸਾਰੀ ਜ਼ਿੰਦਗੀ ਲੰਘਾ ਲੈਂਦਾ। ਵੱਡੇ ਕਾਕੇ ਦਾ ਵਿਆਹ ਕਰਕੇ ਅੰਮ੍ਰਿਤ ਛਕਾਂਗਾ, ਛੋਟੇ ਕਾਕੇ ਦਾ ਵਿਆਹ ਕਰਕੇ ਅੰਮ੍ਰਿਤ ਛਕਾਂਗਾ, ਫਲਾਣਾ ਪਲਾਟ ਖਰੀਦ ਕੇ ਗੁਰੂ ਵਾਲਾ ਬਣਾਂਗਾ। ਤੇ ਇਹ ਗੱਲਾਂ ਜਿਨ੍ਹਾਂ ਦੇ ਸੰਦਰਭ ਅੰਦਰ ਇਹ ਸਮੇਂ ਦੇ ਨਾਲ ਸੰਬੰਧਿਤ ਗੱਲਾਂ ਹੋ ਜਾਣਗੀਆਂ, ਵਿਸ਼ੇ ਤੋਂ ਅਸੀਂ ਪਾਸੇ ਚਲਾ ਜਾਵਾਂਗੇ। ਪਰ ਜਿਹੜੀ ਧਰਮ ਦੇ ਨੁਕਤੇ ਅੰਦਰ ਗੱਲ ਸਮਝਣ ਵਾਲੀ ਹੈ, ਜੋ ਮਾਲਕ ਨੇ ਬਚਨ ਆਖੇ ਨੇ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਇਹ ਟਾਈਮ ਤੇ ਪਲੇਸ ਉਹ ਨੇ ਜਿਹੜੇ ਧਰਮ ਨੂੰ ਕਮਾ ਰਹੇ ਨੇ। ਦੁਬਾਰਾ ਫਿਰ ਮੇਰੇ ਨੁਕਤੇ ਵੱਲ ਧਿਆਨ ਦਿਆ ਜੇ। ਗੁਰੂ ਨਾਨਕ ਸਾਹਿਬ ਨੂੰ ਸਵਾਲ ਆਇਆ ਵੀ ਸਾਨੂੰ ਦੱਸੋ ਧਰਮ ਨੂੰ ਕੌਣ ਕੌਣ ਕਮਾ ਰਿਹਾ ਹੈ। ਤੇ ਟਾਈਮ ਆਪਣੇ ਸਿਸਟਮ ਦੇ ਵਿੱਚ ਹੈ, ਰਾਤ ਆਪਣੇ ਸਿਸਟਮ ਦੇ ਵਿੱਚ ਹੈ, ਰੁੱਤ ਆਪਣੇ ਸਿਸਟਮ ਦੇ ਵਿੱਚ ਤਬਦੀਲ ਹੋ ਰਹੀ ਹੈ। ਤੇ ਗਿਆਨੀ ਜੀ ਤੁਸੀਂ ਤੇ ਸਿਆਣੇ ਹੋ, ਸੂਝਵਾਨ ਹੋ, ਤੁਹਾਡਾ ਤਜਰਬਾ ਵੀ ਬਹੁਤ ਹੈ। ਮੈਨੂੰ ਦੱਸੋ ਨੇਚਰ ਨੇ ਕਦੀ ਸੰਸਾਰ ਨੂੰ ਵੇਖ ਕੇ ਜਾਂ ਕਿਸੇ ਹੋਰ ਤੋਂ ਪ੍ਰਭਾਵਿਤ ਹੋ ਕੇ ਆਪਣੀ ਫਿਤਰਤ ਦੇ ਵਿੱਚ ਤਬਦੀਲੀ ਲਿਆਂਦੀ ਹੈ? ਬਿਲਕੁਲ ਨਹੀਂ। ਇਹਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਭੈ ਵਿੱਚ ਪਵਨ ਵਹਿ ਸਦਵਾਓ ਜੀ, ਭੈ ਵਿੱਚ ਚੱਲੈ ਲੱਖ ਦਰਿਆਓ।
दो फर्क जिन्नी देर तक बंदा नहीं समझेगा कदे मंजिले मकसूद ते नहीं पहुंच पाएगा। संसार दा विधि विधान अपने सिस्टम दा है जी, जिद हुक्म रजाई चलना जिहदे वास्ते गुरु नानक साहब जी इनकरेज कर रहे ने वो स्ट्रक्चर बिल्कुल वखरा है। ते सच्चाई ये है जड़ा कुदरत दी स्ट्रक्चर दे विच ढांचे दे विच अपने आप नूं ढालेगा ओदे परथाए गुरु ग्रंथ साहब ने ऐसे बचन भी आखे। आप शायद हैरान होवोगे सुन के जदों महाराज नूं पुछया गया कि महाराज तुसीं बंदा किहनूं कहिंदे हो ते गुरुदेव कहन लगे हुक्म पछाणै, हुक्म दी पहचान कर लवे सो एको जाणै। फिर दोबारा पंक्ति सरवण करो, हुक्म पछाणै सो एको जाणै। अगली पंक्ति है बंदा कई है सोई, वो बंदा खवाउण दा अधिकारी है जी। इस तो अगे वीर जी मैं तुहाडे तों ये जानना चाहांगा, गुरु नानक पातशाह जी दा धर्म सिर्फ सिखां वास्ते नहीं सी, समुची मानवता वास्ते सी। एब्सोल्युटली राइट। ਉਹਦੇ ਵਿੱਚ ਦੇਸ਼ਾਂ ਦੀਆਂ ਜੋ ਧੜੇਬੰਦੀਆਂ ਹੈ ਜਾਂ ਇਸ ਤੋਂ ਇਲਾਵਾ ਅਸੀਂ ਕਹਿ ਦਈਏ ਪ੍ਰਾਂਤਾਂ ਦੀਆਂ ਜਿਹੜੀਆਂ ਹੱਦਬੰਦੀਆਂ ਨੇ ਉਹ ਸਾਰੀਆਂ ਖਤਮ ਹੋ ਜਾਂਦੀਆਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਕੁਦਰਤ ਦਾ ਧਰਮ ਹੈ, ਰੱਬ ਦਾ ਧਰਮ ਹੈ। ਜਿਸ ਤਰ੍ਹਾਂ ਇੱਕ ਚੀਜ਼ ਵੀਰ ਜੀ ਉਹਨਾਂ ਨੇ ਬੜੀ ਸੁੰਦਰ ਕਹੀ ਸੀ, ਉਹ ਚੀਜ਼ ਮੈਂ ਆਪ ਜੀ ਦੇ ਨਾਲ ਫਿਰ ਦੁਬਾਰਾ ਰਿਪੀਟ ਕਰਨੀ ਚਾਹਾਂਗਾ। ਜਿਵੇਂ ਕੁਦਰਤ ਕਿਸੇ ਇਨਸਾਨ ਵੱਲ ਕਿਸੇ ਹੋਰ ਵੱਲ ਵੇਖ ਕੇ ਆਪਣਾ ਸੁਭਾਅ ਨਹੀਂ ਬਦਲਦੀ, ਪਰ ਇਨਸਾਨ ਇਨਸਾਨਾਂ ਵੱਲ ਵੇਖ ਕੇ ਆਪਣਾ ਸੁਭਾਅ ਬਦਲ ਲੈਂਦੇ ਆ। ਇਨਸਾਨ ਹੈ ਜਿਹੜੇ ਪਦਾਰਥਾਂ ਵੱਲ ਵੇਖ ਕੇ ਵੀ ਆਪਣਾ ਸੁਭਾਅ ਬਦਲ ਲੈਂਦੇ ਆ, ਪਰ ਧਰਮੀ ਉਹ ਹੈ ਜਿਹੜਾ ਕਿਸੇ ਦੂਸਰੇ ਬੰਦੇ ਵੱਲ ਨਹੀਂ, ਜਿਹੜਾ ਪਰਮਾਤਮਾ ਵੱਲ ਦੇਖੇ, ਗੁਰੂ ਵੱਲ ਦੇਖੇ, ਗੁਰਬਾਣੀ ਵੱਲ ਦੇਖੇ, ਜਾਂ ਉਸ ਤੋਂ ਇਲਾਵਾ ਉਸ ਰੱਬ ਦੇ ਹੁਕਮ ਨੂੰ ਪਛਾਣੇ। ਤੇ ਵੀਰ ਜੀ ਇਸ ਤਰ੍ਹਾਂ ਰੱਬ ਦੇ ਹੁਕਮ ਨੂੰ ਪਛਾਣਨ ਵਾਲੇ, ਉਸ ਦੀ ਕੁਦਰਤ ਨੂੰ ਜਾਣਨ ਵਾਲੇ ਸਮੁੱਚੀ ਦੁਨੀਆ ਦੇ ਵਿੱਚ ਹੀ ਫੈਲੇ ਆ। ਇਹ ਨਹੀਂ ਕਿ ਉਹ ਸਿਰਫ ਪੰਜਾਬ ਦੇ ਵਿੱਚ ਹੀ ਮਿਲਣ। ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਸੰਦੇਸ਼ ਵੀ ਪੂਰੀ ਦੁਨੀਆ ਲਈ ਸਾਂਝਾ ਦਿੱਤਾ ਹੈ। ਉਹਦੇ ਵਿੱਚ ਸਨਾਤਨੀ ਵੀਰਾਂ ਨੂੰ ਧਰਮ ਲਈ ਜੋ ਸੰਦੇਸ਼ ਦਿੱਤਾ ਹੈ ਉਹ ਆਪ ਜੀ ਥੋੜਾ ਸੰਗਤਾਂ ਦੇ ਨਾਲ ਸਾਂਝਾ ਕਰੋ ਜੀ। क्या बात है, बहुत वधिया सवाल है वीर जी तुहाडा। 213 संसार ਦੇ ਕੰਟਰੀ ਨੇ ਜੀ, ਅਪਰੋਕਸੀਮੇਟਲੀ 7 ਅਰਬ ਤੋਂ ਵਧੇਰੇ ਪਾਪੂਲੇਸ਼ਨ ਹੈ ਵਰਲਡ ਦੀ। ਮਨੁੱਖਤਾ ਦਾ ਧਰਮ ਹੈ, ਇਨਸਾਨੀਅਤ ਦਾ ਧਰਮ ਹੈ, ਸੰਸਾਰ ਦਾ ਧਰਮ ਹੈ ਜੀ। ਜਿਸ ਵੀ ਧਾਰਮਿਕ ਆਗੂ ਨਾਲ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਵਿਚਾਰ ਵਿਮਰਸ਼ ਕੀਤੀ, ਗੱਲਬਾਤ ਕੀਤੀ ਜਾਂ ਉਹਨੂੰ ਸੰਬੋਧਨ ਹੋ ਕੇ ਆਖਿਆ ਜੀ, ਇੱਕ ਨੁਕਤਾ ਜਿਹੜੇ ਵੀ ਸੱਜਣ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਨੇ ਉਹ ਪੱਲੇ ਬੰਨ ਲਓ, ਏਕੋ ਧਰਮ ਦ੍ਰਿੜੈ ਸੱਚ ਕੋਈ। ਇਸ ਪੰਕਤੀ ਦੇ ਇਰਦ ਗਿਰਦ ਸਾਡੀ ਅਗਲੀ ਸਾਰੀ ਵਿਆਖਿਆ ਟਿਕੀ ਹੋਵੇਗੀ, ਜਿੱਥੇ ਮੈਂ ਪਿਛਲੀ ਪੰਕਤੀ ਨੂੰ ਨਾਲ ਕੋਟ ਕਰਨਾ ਚਾਹੁੰਨਾ। ਰਾਤੀ ਰੋਤੀ ਥਿੱਤੀ ਵਾਰ ਅੱਗੇ ਮਾਲਕ ਨੇ ਬਚਨ ਆਖਿਆ ਸੀ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਧਰਮ ਕਮਾਉਣ ਵਾਸਤੇ ਇੱਕ ਪਾਠਸ਼ਾਲਾ, ਇੱਕ ਧਰਮਸ਼ਾਲਾ ਹੈ ਇਹ ਸ੍ਰਿਸ਼ਟੀ, ਇਹ ਧਰਤੀ। अगर कोई आखे कि मैं मरण तो बाद धर्म कमा लांगा, तो गुरु ग्रंथ साहब ने स्पष्ट आख्या, मोए होए जो मुक्त देओगे मुक्त ना जाने कोयला। सनातन मादे वीरां नाल हुण छोटी जी उम्र है गुरु नानक साहब पातशाह जी महाराज दी जी, पंडित हरदयाल ते तवज्जो दे के सरवण करिया जी वीर जी। गुरमत नूं किस संदर्भ अंदर असी समझिया ते गुरमत किड्डी विशाल है जी। रिश्तेदार इकट्ठे किए गुरु नानक साहब पातशाह जी महाराज नूं इस गल का भी पता है, उन्होंने नहीं आख्या भी ना रिश्तेदार सदो जी। अगली बेनती, सारे दा सारा समागम दा आयोजन किया गया, मालक ने नहीं आख्या भी ना सदो। जिन्ने भैणां भरावां ने साख संबंधियां ने रिश्तेदारां ने आउणा सी सारे घर विच आ गए जी। जदों घर आ गए, जो धर्म दी रस्म सी वो निभाई जानी सी। जो जनेऊ वट के मेरे सतगुरु गुरु नानक साहब पातशाह जी महाराज वाल पंडित हरदयाल हथ वधाउंदा है जी। हुण देखो मालक दा तां मिशन सीगा सुनेहा देना, जिन्नी वड्डी गिनती विच लोग इकट्ठे होण उन्ना सुनेहा सौखा जा सकदा है जी। संगत इकट्ठी हो गई, बचन लगभग सारिਆਂ ਨੂੰ ਚੇਤੇ ਹੋਵੇਗਾ ਜੀ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪੰਡਤ ਹਰਦਿਆਲ ਦਾ ਹੱਥ ਪੜਦੇ ਨੇ ਤੇ ਸਵਾਲਾਂ ਦੀ ਝੜੀ ਲਾ ਦਿੰਦੇ ਨੇ ਜੀ। ਤੇ ਹੋ ਸਕਦਾ ਉਸ ਪੰਡਤ ਦੀ ਜ਼ਿੰਦਗੀ 'ਚ ਵੀ ਪਹਿਲੀ ਵਾਰੀ ਐਵੇਂ ਹੋਇਆ ਹੋਵੇ। ਪੰਡਤ ਲਫ਼ਜ਼ ਮੈਂ ਤਾਂ ਯੂਜ਼ ਕਰ ਰਿਹਾ ਕਿਉਂਕਿ ਪੰਡਤ ਹਰਦਿਆਲ ਨਾਲ ਇਹ ਅੱਖਰ ਜੁੜਿਆ ਹੋਇਆ ਹੈ। ਵੈਸੇ ਸਾਨੂੰ ਚੇਤੇ ਰੱਖਣ ਦੀ ਲੋੜ ਹੈ। ਸੋ ਪੰਡਿਤ ਜੋ ਮਨ ਪਰ ਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ, ਉਧਰ ਨਹੀਂ ਜਾਣਾ। ਫਿਰ ਵਾਪਸ ਆਪਣੀ ਗੱਲ ਵੱਲ ਆਵੀਏ। ਸਵਾਲਾਂ ਦੀ ਜਦੋਂ ਝੜੀ ਲਾਈ ਉਹਦੀ ਜ਼ਿੰਦਗੀ 'ਚ ਪਹਿਲੀ ਵਾਰੀ ਅਜਿਹਾ ਹੋਇਆ ਕਿ ਕਿਸੇ ਧਾਰਮਿਕ ਆਗੂ ਨੇ ਕਿਸੇ ਧਾਰਮਿਕ ਆਗੂ ਦੇ ਸਨਮੁਖ
ਕਿਸੇ ਸੱਜਣ ਨੇ ਆਪਣੇ ਖਿਆਲ ਉਜਾਗਰ ਕੀਤੇ ਹੋਣ, ਆਪਣਾ ਥਾਟ ਰੱਖਿਆ ਹੋਵੇ, ਤੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਜਦੋਂ ਇਹ ਕੀਮਤੀ ਬਚਨ ਕਰਦੇ ਨੇ, ਪੰਡਤ ਜੀ ਜੇ ਮੈਨੂੰ ਧਰਮ ਅੰਦਰ ਦਾਖਲ ਕਰਵਾਉਣਾ ਜੇ, ਮੇਰੀ ਭੈਣ ਨੂੰ ਦਾਖਲ ਕਰਵਾਇਆ ਜਾਏ, ਇਹਨੂੰ ਦਾਖਲ ਕਰਵਾਇਆ ਜਾਏ, ਇਹਨੂੰ ਦਾਖਲ ਕਰਵਾਇਆ ਜਾਏ, ਤੇ ਜੇ ਇਹਨੂੰ ਅਪਣਾ ਕੇ ਮੇਰੀ ਜ਼ਿੰਦਗੀ ਅੰਦਰ ਦਇਆ ਕਪਾ, ਸੰਤੋਖ ਸੂਤ, ਜਤ ਗੰਢੀ, ਸੱਤ ਵਟ, ਜੇ ਦਇਆ ਆ ਜਾਏਗੀ, ਜੇ ਸੰਤੋਖ ਕੰਟੈਂਟਮੈਂਟ ਆ ਜਾਏਗਾ ਜੀ, ਤਾਂ ਮੈਂ ਤੇਰੇ ਇਸ ਸਿਸਟਮ ਨੂੰ ਅਪਣਾਉਣ ਵਾਸਤੇ ਤਿਆਰ ਹੈਗਾ। ਜੀ। ਤੇ ਗੁਸਤਾਖੀ ਮਾਫ, ਗੁੱਸਾ ਨਾ ਕਰਿਆ ਜੇ ਬੇਨਤੀ ਦਾ। ਸੱਚਾਈ ਇਹ ਹੈ, ਅੱਜ ਸਿੱਖਾਂ ਦੇ ਸਾਹਮਣੇ ਵੀ ਇਹ ਸਵਾਲ ਮੂੰਹ ਅੱਡ ਕੇ ਖੜੇ ਹੋਏ ਨੇ। ਜੀ। ਅਸੀਂ ਇਹਨਾਂ ਤੋਂ ਭੱਜ ਨਹੀਂ ਸਕਦੇ। ਤੇ ਦੇਖੋ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੰਨਾਂ ਵਿੱਚ ਆਵਾਜ਼ ਪਈ, ਬੜੀ ਬਰੀਕੀ ਨਾਲ ਸਰਵਣ ਕਰਿਆ ਜੇ। ਸਨਾਤਨ ਮਤ ਦੇ ਵੀਰਾਂ ਨੂੰ ਕੀ ਉਪਦੇਸ਼ ਹੈ, ਗੁਰਮਤ ਦਾ ਹਿਰਦਾ ਕਿੱਡਾ ਕੁ ਵਿਸ਼ਾਲ ਹੈ, ਅਸੀਂ ਕਿੱਡੇ ਕੁ ਸੌੜੇ ਹੋ ਗਏ ਹਾਂ। ਮਹਾਰਾਜ ਨੂੰ ਕੋਈ ਸੱਜਣ ਕਹਿੰਦਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਸਾਡੇ ਧਾਰਮਿਕ ਗ੍ਰੰਥ ਕਹਿੰਦੇ ਨੇ, ਮੈਂ ਵਿਦ ਐਵੀਡੈਂਸ ਗੱਲ ਕਰ ਰਿਹਾ, ਬਿਨਾਂ ਐਵੀਡੈਂਸ ਤੋਂ ਕੋਈ ਬੇਨਤੀ ਨਹੀਂ ਕਰਾਂਗਾ, ਕਿ ਸਾਡੇ ਧਾਰਮਿਕ ਗ੍ਰੰਥ ਕਹਿੰਦੇ ਨੇ ਕਿ ਧਰਤੀ ਹੈ ਜਿਹੜੀ ਉਹ ਬਲਦ ਦੇ ਸਿੰਘਾਂ ਉੱਤੇ ਖਲੋਤੀ ਹੋਈ ਹੈ। ਗੁਰਦੇਵ ਕਹਿਣ ਲੱਗੇ ਵੀ ਚੰਗੀ ਗੱਲ ਹੈ, ਮੈਨੂੰ ਕੋਈ ਇਤਰਾਜ਼ ਨਹੀਂ। ਫਿਰ ਦੂਜਾ ਸਵਾਲ ਕੀਤਾ ਗਿਆ ਕਿ ਜਦੋਂ ਬਲਦ ਸਿੰਘ ਹਿਲਾਉਂਦਾ ਹੈ ਤੇ ਸੁਨਾਮੀ ਲਹਿਰਾਂ ਤੇ ਭੂਕੰਪ ਆਉਂਦਾ ਹੈ, ਗੁਰਦੇਵ ਕਹਿਣ ਲੱਗੇ ਮੈਨੂੰ ਇਹਦੇ 'ਚ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਉਹ ਸੱਜਣ ਇੰਨੀ ਗੱਲ ਕਹਿ ਕੇ ਵਾਪਸ ਜਾਣ ਲੱਗਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਮਿੱਤਰਾ ਮੇਰੀ ਇੱਕ ਗੱਲ ਸੁਣ, ਮੈਨੂੰ ਇਹ ਦੱਸ, ਜਿਹੜੀ ਧਰਤੀ ਬਲਦ ਦੇ ਸਿੰਘ ਉੱਤੇ ਖਲੋਤੀ ਹੋਈ ਹੈ, ਜਦੋਂ ਬਲਦ ਸਿਰ ਹਿਲਾਉਂਦਾ, ਮੈਂ ਤੇਰੀ ਇਹ ਗੱਲ ਮੰਨ ਲਈ ਹੈ, ਪਰ ਹੁਣ ਮੈਨੂੰ ਇਹ ਦੱਸ ਉਹ ਬਲਦ ਕਿੰਦੇ ਤੇ ਖਲੋਤਾ ਹੋਇਆ? ਕਹਿਣ ਵਾਲੇ ਸੱਜਣ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਅੱਜ ਤੱਕ ਇੰਨੀ ਗੱਲ ਸੰਸਾਰ 'ਚ ਕਿਸੇ ਨੇ ਨਹੀਂ ਸੀ ਆਖੀ ਜੀ। ਤੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਮੇਰਾਂ ਦੇ ਸਾਈਂ ਕਹਿਣ ਲੱਗੇ ਕਿ ਇਸ ਗੱਲ ਦਾ ਜਵਾਬ ਤੈਨੂੰ ਦੇ, ਤੇ ਉਹਨੇ ਸੁਭਾਵਕ ਅਗਲੀ ਗੱਲ ਆਖੀ ਕਿ ਬਲਦ ਵੀ ਧਰਤੀ ਉੱਤੇ ਖਲੋਤਾ ਹੈ। ਮਾਲਕ ਕਹਿਣ ਲੱਗੇ ਫਿਰ ਉਹ ਸਵਾਲ ਉੱਥੇ ਹੀ ਖਲੋਤਾ ਹੋਇਆ, ਉਹ ਧਰਤੀ ਕਿਹਦੇ ਉੱਤੇ ਟਿਕੀ ਹੋਈ ਹੈ? ਫਿਰ ਗੱਲ ਹੋਰ ਅੱਗੇ ਟੁਰੀ ਤੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ, ਬਹਿ ਮੇਰੇ ਕੋਲ, ਮੈਂ ਤੈਨੂੰ ਦੱਸਣਾ ਉਹ ਧਰਤੀ ਕਿਹੜੀ ਹੈ, ਉਹ ਧਰਮ ਕਿਹੜਾ ਹੈ। ਤੇ ਗੁਰਦੇਵ ਨੇ ਬਚਨ ਆਖੇ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਨ ਜੋਰ, ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ, ਬੁੜੀ ਕਲਾਮ ਉਹਨੂੰ ਕੋਲ ਬਹਾ ਕੇ ਮਾਲਕ ਨੇ ਆਖਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਤੌਲ ਧਰਮ ਦਇਆ ਕਾ ਪੂਤ, ਜੇ ਦਇਆ ਤੇਰੇ ਜੀਵਨ 'ਚ ਹੋਏਗੀ, ਧਰਮੀ ਅਖਵਾਉਣ ਦਾ ਅਧਿਕਾਰੀ ਹੈ। ਇੱਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਐਸੇ ਸੰਸਾਰ ਦੇ ਰਹਿਬਰ ਹੋਏ ਨੇ, ਸਾਰੀ ਜ਼ਿੰਦਗੀ ਭਾਈ ਮਰਦਾਨੇ ਨੂੰ ਨਾਲ ਰੱਖਿਆ। ਜ਼ਿੰਦਗੀ 'ਚ ਕਦੇ ਮਰਦਾਨੇ ਨੂੰ ਇਹ ਨਹੀਂ ਕਿਹਾ ਤੂੰ ਨਮਾਜ਼ ਛੱਡ ਦੇ ਜੀ। ਗੁਰਮਤ ਕੀ ਕਹਿ ਰਹੀ ਹੈ, ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਤ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ, ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸੱਤ ਵਟ, ਇਹ ਜਨੇਊ ਜੀ ਕਾ ਹਈ ਤਾਂ ਭਾਂਡੇ ਕਾ। ਪੁੱਛਿਆ ਕਾਰਨ, ਕਹਿਣ ਲੱਗੇ ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ, ਜੋ ਗੱਲ ਚੱਲੇ ਪਾਏ। ਇਹ ਸੀ ਧਰਮ ਦੀ ਵਿਚਾਰ ਕਿ ਧਰਮ ਕਿੰਨਾ ਵਿਸ਼ਾਲ ਹੈ, ਕਿੰਨਾ ਮਹਾਨ ਹੈ, ਕੀ ਇਸ ਦੀ ਜ਼ਰੂਰਤ ਹੈ, ਕਿਵੇਂ ਇਹ ਸਾਡੇ ਜੀਵਨ ਨੂੰ ਬਦਲਦਾ ਹੈ। ਹੁਣ ਸਾਡੇ ਦਰਸ਼ਕਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਹਰਜਿੰਦਰ ਸਿੰਘ ਜੀ ਗਣੇਸ਼ ਪੇਟ ਪੂਨੇ ਮਹਾਰਾਸ਼ਟਰ ਤੋਂ ਪੁੱਛਦੇ ਆ ਕਿ ਧਰਮ ਦਾ ਆਉਣ ਵਾਲੇ ਸਮੇਂ 'ਚ ਭਵਿੱਖ ਕਿਹੋ ਜਿਹਾ ਹੋਵੇਗਾ। ਬਿਲਕੁਲ ਸੰਖੇਪ 'ਚ ਉੱਤਰ ਦੇਣਾ ਕਿਉਂਕਿ ਸਮੇਂ ਦੇ ਘਾਟ ਕਰਕੇ। ਧੰਨਵਾਦ ਤੁਹਾਡਾ, ਤੁਸੀਂ ਇਸ ਤਰ੍ਹਾਂ ਦੇ ਸਵਾਲ ਪੁੱਟ ਕਰਦੇ ਹੋ, ਸਾਨੂੰ ਵੀ ਸੋਚਣ ਵਾਸਤੇ ਮਜਬੂਰ ਕਰਦੇ ਹੋ। ਤੇ ਧਰਮ ਦਾ ਫਿਊਚਰ ਤੇ ਸਾਡੇ ਤੇ ਆਧਾਰਿਤ ਹੈ, ਅਸੀਂ ਕਿਹੋ ਜਿਹਾ ਜੀਵਨ ਬਤੀਤ ਕਰ ਰਹੇ ਹਾਂ। ਧਾਰਮਿਕ ਦੁਨੀਆ ਅੰਦਰ ਬੰਦਾ ਦੂਜਿਆਂ ਦੇ ਮੂੰਹ ਵਾਲੀ ਵੇਖਦਾ ਪਿਆ ਹੈ ਵੀ ਇਹ ਧਰਮ ਕਮਾਏ, ਮੇਰੀ ਕੋਈ ਗੱਲ ਨਹੀਂ, ਦੂਜਾ ਧਰਮ। ਤੇ ਜਦੋਂ ਧਰਮ ਦਾ ਹਸ਼ਰ ਇਸ ਤਰ੍ਹਾਂ ਦਾ ਹੋਵੇਗਾ, ਮੇਰੇ ਖਿਆਲ ਪਰਟੀਕੂਲਰ ਉਹਨਾਂ ਨੇ ਸਿੱਖ ਧਰਮ ਦੀ ਤੇ ਗੱਲ ਨਹੀਂ ਨਾ ਕੀਤੀ, ਨਹੀਂ ਉਹਨਾਂ ਨੇ ਵਰਲਡ ਰਿਲੀਜਨ ਦੀ ਗੱਲ ਕੀਤੀ ਹੈ। ਤੇ ਵਰਲਡ ਪੱਧਰ ਦੇ ਉੱਤੇ ਜਿਹੜੇ ਤੇ ਪ੍ਰਚਾਰਕ ਵੀਰ ਅਵੇਅਰ ਹੈਗੇ ਨੇ, ਆ ਦੂਜੀ ਬੇਨਤੀ ਧਿਆਨ ਨਾਲ ਸੁਣਿਆ ਜੇ, ਜਿਸ ਕਮਿਊਨਿਟੀ ਨੇ ਜੀ, ਕਿਉਂਕਿ ਪ੍ਰਚਾਰਕ ਦੇ ਰਾਹੀਂ ਧਰਮ ਅੱਗੇ ਜਾਣਾ ਹੈ, ਜਿਸ ਕਮਿਊਨਿਟੀ ਨੇ ਆਪਣੇ ਪ੍ਰਚਾਰਕਾਂ ਨੂੰ ਸੰਭਾਲਿਆ ਜੀ, ਡੈਫੀਨੇਟਲੀ ਉਹਨਾਂ ਦਾ ਧਰਮ ਅਗਾਂਹ ਨੂੰ ਗਿਆ ਹੈ ਜੀ। ਤੇ ਜਿਹੜੇ ਬੰਦੇ ਆਪਣੇ ਪ੍ਰਚਾਰਕਾਂ ਦੇ ਜਾਂ ਜਿਹੜੇ ਬੰਦੇ ਤੁਹਾਡੇ ਵਾਸਤੇ ਕੰਮ ਕਰ ਰਹੇ ਨੇ ਉਹਨਾਂ ਦੇ ਪ੍ਰਤੀ ਅਵੇਅਰ ਜਾਂ ਸੁਚੇਤ ਨਹੀਂ ਹੈਗੇ, ਫਿਰ ਉਹਨਾਂ ਨੂੰ ਆਪਣੇ ਫਿਊਚਰ ਬਾਰੇ ਕਲੀਅਰ ਹੋਣਾ ਚਾਹੀਦਾ ਵੀ ਅਸੀਂ ਕਿਸ ਪਾਸੇ ਜਾ ਰਹੇ ਹਾਂ। ਮੇਰੇ ਖਿਆਲ ਦੇ ਵਿੱਚ ਸਾਡੀ ਗੱਲ ਮੁਕੰਮਲ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਬਖਸ਼ਿਸ਼ ਕਰਨ।
ਸਾਧ ਸੰਗਤ ਜੀ, ਤੁਹਾਡੇ ਵੀ ਮਨ ਵਿੱਚ ਬਹੁਤ ਸਾਰੇ ਐਸੇ ਪ੍ਰਸ਼ਨ ਹੋਣਗੇ ਜਿਨ੍ਹਾਂ ਦੇ ਉੱਤਰ ਤੁਸੀਂ ਸਾਡੇ ਇਸ ਪ੍ਰੋਗਰਾਮ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹੋ। ਤਾਂ ਆਪਣੇ ਮੋਬਾਈਲ ਦੇ ਮੈਸੇਜ ਬਾਕਸ ਵਿੱਚ ਜਾ ਕੇ ਸਭ ਤੋਂ ਪਹਿਲਾਂ ਲਿਖੋ GB, ਫਿਰ ਉਸ ਤੋਂ ਬਾਅਦ ਆਪਣਾ ਸਵਾਲ ਤੇ ਨਾਮ ਲਿਖ ਕੇ ਸਾਨੂੰ ਭੇਜ ਦੇਵੋ 5424 ਤੇ। ਤੁਹਾਡੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਅਸੀਂ ਗੁਰਮਤ ਦੇ ਵਿਦਵਾਨਾਂ ਤੋਂ ਤੁਹਾਨੂੰ ਅਗਲੇ ਪ੍ਰੋਗਰਾਮਾਂ ਵਿੱਚ ਦਿਵਾਉਣ ਦਾ ਯਤਨ ਕਰਾਂਗੇ ਜੀ। ਵੀਰ ਜਗਜੀਤ ਸਿੰਘ ਜੀ, ਤੁਸੀਂ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਸੰਗਤਾਂ ਨੂੰ ਗੁਰਮਤ ਵਿਚਾਰਾਂ ਦੇ ਨਾਲ ਨਿਹਾਲ ਕੀਤਾ। ਅਸੀਂ ਆਸ ਕਰਾਂਗੇ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਪਹੁੰਚ ਕੇ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਂਦੇ ਰਹੋਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।